ਅਜਾਮਲ ਪਿੰਗਲਾ ਲੁਪਤ ਕੁੰਚਰ ਗਏ ਹਰ ਕੈ ਪਾਸ। ਅਜਾਮਲ ਪਿੰਗਲਾ ਲੁਪਤ कुंचर गए हर के पास। ऐसे दुर्मत निस्तरे तू क्यों न तरह रविदास। ऐसे दुर्मत निस्तरे तू क्यों ना तरह रविदास। गुरु प्यारी साध संगत जी, जय गुरुदेव, धन गुरुदेव जी। उस परम पिता परमेश्वर के चरणों में कोट कोट प्रणाम। आप जी सारिया संगतां नूं प्रणाम जी, जो कि आप जी बड़े ही प्रेम प्यार श्रद्धा भावना नाल सज के बैठे हो जी। उस परम पिता परमेश्वर प्रभु की उपमा सरवण करने वास्ते मालिक आप जी सारे उपर अपना मेहर भरे हाथ रखे, हमेशा ही चढ़दी कला रखे, दुखा कलेसां दा नाश करे। आओ गुरु प्यारिओ, मालिक जी दी जो उपमा है आपां सरवण करनी है। हमेशा की तरह अज भी आपां गुरबाणी विचों शब्द सलोक लैके उन्हां नूं विचारन की कोशिश करांगे जी। संतां महापुरखां द्वारा सुणाईआं गईआं साखियां भी आप जी नूं सरवण करावांगे जी। आप जी इसे तरह ही बड़े ही प्रेम सहित सरवण करना जी। गुरबाणी पढ़दे विचारा करदे अनेकां प्रकार दी भुलां गलतियां हो जांदियां हन। आप जी अनजान बच्चा समझ के माफ कर देना जी। हमेशा की तरह अज भी आपां पहला सतगुरु रविदास जी महाराज जी द्वारा उचारण किया गया शब्द अमृत बाणी विचों जो श्लोक हैं आप जी नूं सरवण करावांगे जी। आप जी बड़े ही प्रेम से सरवण करना। सब मह राम जोत एक सरजन हारा। सब मह राम जोत एक है सरजन हारा। रविदास राम सबन में ब्राह्मण हुई कचमार। सतगुरु रविदास जी महाराज जी फरमाउंदे हन कि सब जीवां विच एक परमात्मा की जोत है अते सबना दी सिरजना करन वाला भी एक प्रभु है। वो प्रभु सब जीवां विच वसिया होया है, भावें कोई ब्राह्मण होवे भावें कोई चमार, भाव मानव सब बराबर हैं। रविदास जो करता सृष्टि का वह तो करता एक। सब मह जोत स्वरूप इक काहे कहूँ
ਅਨੇਕ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਫਰਮਾਉਂਦੇ ਹਨ ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਪ੍ਰਭੂ ਕੇਵਲ ਇੱਕ ਹੈ ਅਤੇ ਕੇਵਲ ਉਸ ਦੀ ਜੋਤ ਦਾ ਸਰੂਪ ਹੀ ਸਾਰਿਆਂ ਵਿੱਚ ਮੌਜੂਦ ਹੈ। ਫਿਰ ਉਸ ਨੂੰ ਅਨੇਕ ਕਿਵੇਂ ਕਿਹਾ ਜਾ ਸਕਦਾ ਹੈ? ਭਾਵ ਪ੍ਰਭੂ ਇੱਕ ਤੋਂ ਅਨੇਕ ਰੂਪ ਧਾਰਨ ਕਰਕੇ ਸਾਰੇ ਸੰਸਾਰ ਵਿੱਚ ਸਮਾਇਆ ਹੋਇਆ ਹੈ। ਰਵਿਦਾਸ ਹਉ ਦੇਖਿਆ ਸੋਧ ਕਰ, ਸਾਹਿਬ ਭੇਖ ਅਨੰਤ। ਇਕ ਆਤਮ ਘਟ ਘਟ ਰਮੈ, ਸਭ ਦਿਸ ਏਕੋ ਭਗਵੰਤ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਮੈਂ ਪੂਰੀ ਤਰ੍ਹਾਂ ਜਾਂਚ ਪਰਖ ਕੇ ਦੇਖਿਆ ਹੈ ਕਿ ਉਸ ਸਾਹਿਬ ਦੇ ਭੇਸ ਅਨੰਤ ਬੇਅੰਤ ਹਨ ਅਤੇ ਉਹ ਇੱਕ ਪ੍ਰਭੂ ਅਨੇਕ ਰੂਪ ਧਾਰਨ ਕਰਕੇ ਘਟ ਘਟ ਵਿੱਚ ਰਮਿਆ ਹੋਇਆ ਹੈ। ਸਭ ਦਿਸ਼ਾਵਾਂ ਭਾਵ ਹਰ ਪਾਸੇ ਉਹ ਇੱਕ ਭਗਵੰਤ ਪ੍ਰਭੂ ਵਿਰਾਜਮਾਨ ਹਨ। ਜਬ ਜਬ ਫੈਲਈ ਜਗਤ ਮਹਿ, ਕੂੜ ਪਾਪ ਅੰਧ ਆਰ। ਤਬ ਤਬ ਰਾਖੈ ਹੱਥ ਦੇਈ, ਰਵਿਦਾਸ ਇਕ ਰਾਮ ਹਮਾਰ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਦੋਂ ਵੀ ਸੰਸਾਰ ਵਿੱਚ ਝੂਠ, ਪਾਪ ਅਤੇ ਅੰਧਕਾਰ ਫੈਲ ਜਾਂਦਾ ਹੈ, ਤਦ ਤਦ ਹੀ ਝੂਠ, ਕਪਟ ਔਰ ਪਾਪ ਅਤੇ ਅੰਧਕਾਰ ਨੂੰ ਦੂਰ ਕਰਨ ਲਈ ਮੇਰਾ ਸਰਬ ਵਿਆਪੀ ਪ੍ਰਭੂ ਸੰਸਾਰ ਦੀ ਰੱਖਿਆ ਕਰਦਾ ਹੈ। ਰਵਿਦਾਸ ਆਸ ਇੱਕ ਰਾਮ ਕੀ, ਅਰ ਨਾ ਕਰੂੰ ਕੋ ਆਸ। ਰਾਮ ਛਾੜ ਔਰਨ ਰਮਹਿ, ਰਹੇ ਸਦਾ ਨਿਰਾਸ। ਰਵਿਦਾਸ ਆਸ ਇੱਕ ਰਾਮ ਕੀ, ਅਰ ਨ ਕਰੂੰ ਕੋ ਆਸ। ਰਾਮ ਛਾੜ ਔਰਨ ਰਮਹਿ, ਰਹੇ ਸਦਾ ਨਿਰਾਸ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਮੇਰਾ ਭਰੋਸਾ ਤਾਂ ਇੱਕ ਪ੍ਰਭੂ ਰਾਮ ਤੇ ਹੀ ਹੈ ਅਤੇ ਇਸ ਤੋਂ ਇਲਾਵਾ ਹੋਰ ਕਿਸੇ ਤੇ ਮੇਰਾ ਭਰੋਸਾ ਨਹੀਂ ਹੈ। ਜੋ ਜੀਵ ਪ੍ਰਭੂ ਨੂੰ ਛੱਡ ਕੇ ਕਿਸੇ ਦੂਸਰੇ ਦੀ ਉਪਾਸਨਾ ਕਰਦੇ ਹਨ, ਉਹ ਹਮੇਸ਼ਾ ਨਿਰਾਸ਼ ਰਹਿੰਦੇ ਹਨ। ਸਤਿਗੁਰੂ ਜੀ ਮਹਾਰਾਜ ਜੀ ਇਹਨਾਂ ਸ਼ਲੋਕਾਂ ਰਾਹੀਂ ਆਪਾਂ ਨੂੰ ਸਮਝਾਉਣਾ ਕਰਦੇ ਹਨ ਕਿ ਜੋ ਪ੍ਰਮਾਤਮਾ ਹੈ ਉਹ ਇੱਕ ਹੈ ਅਤੇ ਸੰਕਟ ਵਿੱਚ ਪ੍ਰਭੂ ਦੇ ਨਾਮ ਤੋਂ ਬਗੈਰ ਹੋਰ ਕੋਈ ਚੀਜ਼ ਆਪਣਾ ਸਹਾਈ ਨਹੀਂ ਹੁੰਦੀ। ਸੋ ਸਤਿਗੁਰੂ ਜੀ ਬੜੇ ਹੀ ਪ੍ਰੇਮ ਸਹਿਤ ਸਮਝਾ ਰਹੇ ਹਨ ਕਿ ਜੋ ਜੀਵ ਪ੍ਰਭੂ ਨੂੰ ਛੱਡ ਕੇ ਕਿਸੇ ਦੂਸਰੇ ਦੀ ਉਪਾਸਨਾ ਕਰਦੇ ਹਨ, ਭਾਵ ਕਿ ਜੋ ਫੋਕਟ ਕਰਮ ਕਰਦੇ ਹਨ, ਉਹ ਹਮੇਸ਼ਾ ਨਿਰਾਸ਼ ਰਹਿੰਦੇ ਹਨ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਗੁਰਬਾਣੀ ਦਾ ਸ਼ਬਦ
ਸਰਵਣ ਕਰਦੇ ਹਾਂ ਅਤੇ ਉਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਜੀ। ਸੁਆਮੀ ਸਰਨ ਪਰਿਓ ਦਰਬਾਰੇ, ਕੋਟ ਅਪਰਾਧ ਖੰਡਨ ਕੇ ਦਾਤੇ, ਤੁਝ ਬਿਨ ਕੌਣ ਉਧਾਰੇ। ਖੋਜਤ ਖੋਜਤ ਬਹੁ ਪ੍ਰਕਾਰੇ, ਸਰਬ ਅਰਥ ਵਿਚਾਰੇ। ਸਾਧ ਸੰਗ ਪਰਮਗਤ ਪਾਈਐ, ਮਾਇਆ ਰਚਬੰਦ ਹਾਰੇ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰਜਨ ਮਿਲੇ ਪਿਆਰੇ। ਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰਜਨ ਮਿਲੇ ਪਿਆਰੇ। ਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਂਦੇ ਹੋਏ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਮਹਾਰਾਜ ਜੀ ਗੁਰਬਾਣੀ ਅੰਦਰ ਫਰਮਾਨ ਕੀਤਾ ਹੈ, ਸਰਨ ਪਰਿਓ ਦਰਬਾਰੇ ਸੁਆਮੀ। ਇਹ ਸਰਨ ਕਿਹੜੀ ਹੈ? ਜਿਵੇਂ ਆਪ ਜੀ ਬੜੇ ਹੀ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸਜ ਕੇ ਬੈਠੇ ਹੋ, ਆਪ ਜੀ ਸਤਸੰਗ ਦੇ ਰੂਪ ਵਿੱਚ ਬੈਠੇ ਹੋ, ਕਿਉਂਕਿ ਆਪ ਜੀ ਉਸ ਵਾਹਿਗੁਰੂ ਰੱਬ ਅੱਲਾ ਖੁਦਾ ਰਾਮ ਦੀ ਬਾਤ ਵਿਚਾਰ ਕਰਨ ਵਾਸਤੇ ਬੈਠੇ ਹੋ। ਜਿਸ ਵਕਤ ਉਸ ਪਰਮਾਤਮਾ ਦੀ ਸ਼ਰਨ ਵਿੱਚ ਬੈਠਿਆ ਜਾਵੇ, ਉਸ ਦੀ ਗੱਲ ਸੁਣੀ ਜਾਵੇ, ਕੀਤੀ ਜਾਵੇ, ਤਾਂ ਕੋਈ ਵੀ ਡਰ ਦੁੱਖ ਤਕਲੀਫ ਨਹੀਂ ਰਹਿੰਦਾ। ਹਾਜ਼ਰੀ ਮਨ ਕਰਕੇ ਪ੍ਰੇਮ ਦੀ ਭਾਵਨਾ ਨਾਲ ਬੈਠਣਾ ਹੈ। ਸੁਣਨਾ ਬਹੁਤ ਜ਼ਰੂਰੀ ਹੋਇਆ ਕਰਦਾ ਹੈ। ਫਿਰ ਉਹ ਪਰਮਾਤਮਾ ਵਾਹਿਗੁਰੂ ਆਪਣੇ ਪਿਆਰੇ ਪ੍ਰੇਮੀਆਂ ਦੀ ਲਾਜ ਆਪ ਰੱਖਦਾ ਹੈ, ਕਿਉਂਕਿ ਇਹ ਰੱਬ ਦਾ ਵਾਹਿਗੁਰੂ ਦੀ ਆਦਤ ਹੈ, ਸੁਭਾਅ ਹੈ। ਜੋ ਵੀ ਉਸ ਦੀ ਸ਼ਰਨ ਆਇਆ ਉਹ ਆਪ ਹੀ ਰੱਖਿਆ ਕਰਦਾ। ਹਰ ਬੰਦਾ ਪੜ੍ਹਿਆ ਹੋਇਆ ਅਨਪੜ੍ਹ, ਜੇ ਇਹ ਬਾਤ ਸਾਰੀ ਸਮਝ ਵਿੱਚ ਪੈ ਜਾਵੇ ਤਾਂ ਬਹੁਤ ਹੀ ਵੱਡੀ ਸਾਨੂੰ ਪ੍ਰਾਪਤੀ ਹੋ ਸਕਦੀ ਹੈ। ਸ਼ਰਨ ਆਉਣਾ, ਕਿਸੇ ਰਾਜੇ ਦੀ ਸ਼ਰਨ ਲੈ ਲਓ, ਉਹਦੀ ਡਿਊਟੀ ਬਣ ਜਾਂਦੀ ਹੈ ਕਿ ਉਹਦੀ ਰਾਖੀ ਕਰਨੀ। ਕੋਈ ਜਾਨਵਰ ਸ਼ਰਨ ਵਿੱਚ ਆ ਜਾਵੇ, ਅਸੀਂ ਉਹਨੂੰ ਆਪਣਾ ਮੰਨ ਲਈਏ ਤੇ ਸਾਡੀ ਡਿਊਟੀ ਬਣ ਜਾਂਦੀ ਹੈ ਕਿ ਉਸ ਦੀ ਰਾਖੀ ਕਰਨੀ, ਉਸ ਦਾ ਪਾਲਣ ਪੋਸ਼ਣ ਕਰਨਾ, ਕਿਉਂਕਿ ਉਹ ਸਾਡੀ ਸ਼ਰਨ ਵਿੱਚ ਹੈ। ਸ਼ਰਨ ਮੰਗਦਾ ਹੈ ਆਦਮੀ, ਦੇਸਾਂ ਪ੍ਰਦੇਸਾਂ ਵਿੱਚ ਜਾ ਕੇ ਉਸ ਨੂੰ ਸ਼ਰਨ ਦਿੱਤੀ ਜਾਂਦੀ ਹੈ। ਉੱਥੇ ਜਾ ਕੇ ਉਸ ਰਾਜ ਨੂੰ ਦੱਸਦੇ ਹਨ ਕਿ ਇਸ ਧਰਤੀ ਤੇ ਮੈਨੂੰ ਰਹਿਣ ਦੀ ਕਿਤੇ ਥਾਂ ਨਹੀਂ ਹੈ। ਜਿਸ ਥਾਂ ਮੈਂ ਪੈਦਾ ਹੋਇਆ ਉੱਥੇ ਮੈਂ ਰਹਿ ਨਹੀਂ ਸਕਦਾ ਤੇ ਮੈਂ ਤੁਹਾਡੀ ਸ਼ਰਨ ਲੈਣੀ ਚਾਹੁੰਦਾ ਹਾਂ। ਉਸ ਵੇਲੇ ਉਹ ਦੇਸ਼ ਪ੍ਰਦੇਸ਼ ਉਸ ਨੂੰ ਸ਼ਰਨ ਦੇ ਦਿੰਦੇ ਨੇ। ਉਹਦੇ ਬਾਅਦ ਕਿੰਨਾ ਹੀ ਉਹ ਦੂਸਰਾ ਦੇਸ਼ ਮੰਗੀ ਜਾਵੇ, ਉਸ ਨੂੰ ਦਇਆ ਨਹੀਂ ਕਰਦੇ, ਦਿੰਦੇ ਨਹੀਂ ਹੈ, ਕਿਉਂਕਿ ਸ਼ਰਨ ਆਏ ਦੀ ਲਾਜ ਰੱਖਣੀ ਪੈਂਦੀ ਹੈ। ਸੋ ਜੋ ਸਭ ਦਾ ਮਾਲਕ ਹੈ ਵਾਹਿਗੁਰੂ ਰੱਬ ਖੁਦਾ ਰਾਮ ਜੋ ਹੈ, ਜੇ ਅਸੀਂ ਉਹਦੀ ਸ਼ਰਨ ਲੈ ਲਈਏ, ਸਭ ਕੁਝ ਛੱਡ ਕੇ ਉਹਦੀ ਸ਼ਰਨ ਲੈ ਲਈਏ, ਉਹ ਵੀ ਸਾਡੇ ਵਾਸਤੇ ਕੁਝ ਕਰਦਾ ਹੈ। ਐਸਾ ਧਾਰਮਿਕ ਇਤਿਹਾਸ ਦੇ ਅੰਦਰ ਬਹੁਤ ਜ਼ਿਕਰ ਆਉਂਦਾ ਹੈ। ਮਹਾਰਾਜ ਜੀ ਆਖ ਰਹੇ ਨੇ, ਤੁਸੀਂ ਮਨੁੱਖ ਦੀ ਗੱਲ ਤਾਂ ਛੱਡੋ, ਜੇ ਕੋਈ ਜਾਨਵਰ ਵੀ ਸ਼ਰਨ ਲੈ ਲਵੇ, ਪਸ਼ੂ ਪੰਛੀ ਨੂੰ ਸ਼ਰਨ ਲੈ ਲਵੇ, ਵਾਹਿਗੁਰੂ ਉਹਦੀ ਵੀ ਰਾਖੀ ਕਰਿਆ ਕਰਦਾ।
ਗੁਰੂ ਮਹਾਰਾਜ ਜੀ ਸਮਝਾਉਣਾ ਕਰਦੇ ਹਨ ਗੁਰਬਾਣੀ ਰਾਹੀਂ ਆਪਾਂ ਸਭ ਨੂੰ। ਜਿਵੇਂ ਕਿ ਇੱਕ ਰਾਜਾ ਹੈ, ਉਸ ਨੂੰ ਪਤਾ ਲੱਗ ਗਿਆ ਕਿ ਉਸ ਦੀ ਮੌਤ ਜੋ ਹੈ ਉਹ ਸੱਪ ਲੜਨ ਨਾਲ ਹੋਣੀ ਹੈ। ਉਸ ਰਾਜੇ ਦਾ ਨਾਮ ਪ੍ਰਿਸ਼ਤ ਰਾਜੇ ਦੇ ਨਾਮ ਨਾਲ ਜਾਣਿਆ ਜਾਂਦਾ। ਮੇਰਠ ਦੇ ਨੇੜੇ ਪ੍ਰਿਸ਼ਤਗੜ੍ਹ ਦਰਿਆ ਜਮਨਾ ਦੇ ਕਿਨਾਰੇ ਤੇ ਇੱਕ ਸ਼ਹਿਰ ਜੋ ਅੱਜ ਵੀ ਵਸਦਾ ਹੈ। ਉਸ ਰਾਜੇ ਨੂੰ ਜਦੋਂ ਪਤਾ ਲੱਗਿਆ ਕਿ ਅੱਜ ਤੋਂ 8ਵੇਂ ਦਿਨ ਦੇ ਅੰਦਰ ਸੱਪ ਲੜ ਜਾਣਾ ਹੈ, ਤਾਂ ਉਸਨੇ ਉਸੇ ਵੇਲੇ ਇੱਕ ਬਹੁਤ ਸੋਹਣਾ ਕਮਰਾ ਦਰਿਆ ਦੇ ਵਿੱਚ ਬਣਾਇਆ, ਸ਼ੀਸ਼ਾ ਲਗਾ ਦਿੱਤਾ ਕੰਧਾਂ ਦੇ ਚਾਰੇ ਪਾਸੇ, ਪਹਿਰੇਦਾਰ ਸੂਰਮੇ ਖੜੇ ਕੀਤੇ, ਬੜਾ ਬੰਦੋਬਸਤ ਕਰਿਆ ਕਿ ਸੱਪ ਕਿਤੇ ਪਾਸਿਓਂ ਆ ਨਾ ਸਕੇ, ਕੋਈ ਜਗ੍ਹਾ ਨਾ ਛੱਡੀ ਕਿ ਸੱਪ ਕਿੱਥੋਂ ਦੀ ਆ ਜਾਏਗਾ। ਲੇਕਿਨ ਜਦੋਂ ਪਰਮੇਸ਼ਰ ਦਾ ਹੁਕਮ ਹੋਇਆ, ਉਹੀ ਸੱਪ ਪੂਜਾ ਦੇ ਫੁੱਲਾਂ ਵਿੱਚ ਬੈਠ ਕੇ ਚਲਾ ਗਿਆ, ਛੋਟਾ ਜਿਹਾ ਹੋ ਕੇ। ਤੇ ਜਦੋਂ ਰਾਜੇ ਨੂੰ ਪ੍ਰਸ਼ਾਦ ਮਿਲਿਆ ਤਾਂ ਉਸਨੇ ਮਸਤਕ ਨਾਲ ਲਾਇਆ, ਤਾਂ ਉਸ ਵੇਲੇ ਨੱਕ ਤੇ ਸੱਪ ਨੇ ਡੰਗ ਮਾਰਿਆ ਤੇ ਉਹਦੇ ਨਾਲ ਉਸ ਦੀ ਮੌਤ ਹੋ ਗਈ। ਬੰਦੋਬਸਤ ਆਦਮੀ ਕਿਸੇ ਕੰਮ ਨਾ ਆਏ। ਲੇਕਿਨ ਇਹਦੇ ਮੁਕਾਬਲੇ ਦੇ ਉੱਤੇ ਮਹਾਰਾਜ ਜੀ ਲਿਖਦੇ ਹਨ, ਸਮਝਾਉਂਦੇ ਹਨ ਕਿ ਇੱਕ ਹਰਨੀ ਹਰਾ ਹਰਾ ਘਾਹ ਚੁਗ ਰਹੀ ਹੈ, ਕੋਈ ਪਤਾ ਨਹੀਂ ਹੈ, ਆਪਣੀ ਮੌਜ ਦੇ ਵਿੱਚ ਮਸਤ ਹੈ। ਇਸ ਗੱਲ ਦਾ ਫਾਇਦਾ ਉਠਾ ਕੇ ਇੱਕ ਸ਼ਿਕਾਰੀ ਨੇ ਇੱਕ ਪਾਸੇ ਜਾਲ ਲਗਾ ਦਿੱਤਾ, ਇੱਕ ਪਾਸੇ ਕੁੱਤਾ ਖੜਾ ਕਰ ਦਿੱਤਾ, ਇੱਕ ਪਾਸੇ ਆਪ ਖੜ ਗਿਆ ਤੇ ਚੌਥੇ ਪਾਸੇ ਉਸਨੇ ਅੱਗ ਲਾ ਦਿੱਤੀ। ਜਦ ਹਰਨੀ ਨੇ ਦੇਖਿਆ ਮੇਰੇ ਤਾਂ ਚਾਰੇ ਪਾਸੇ ਘਿਰ ਗਏ, ਉਸ ਵੇਲੇ ਕੋਈ ਚਾਰਾ ਉਹਦਾ ਨਾ ਚੱਲਣ ਕਰਕੇ ਸੰਤ ਮਹਾਤਮਾ ਸਮਝਾਉਂਦੇ ਨੇ ਕਿ ਹੁਣ ਇੱਕੋ ਹੀ ਆਸਰਾ ਉਹਦੇ ਕੋਲ ਰਹਿ ਗਿਆ। ਉਹ ਆਸਰਾ ਸੀ ਵਾਹਿਗੁਰੂ ਜੀ ਦਾ। ਇੱਕ ਭਾਵ ਇਹਦੇ ਅੰਦਰ, ਹਿਰਦੇ ਅੰਦਰ ਆਉਂਦਾ ਕਿ ਹੇ ਪ੍ਰਭੂ, ਹੁਣ ਮੈਨੂੰ ਤੇਰੇ ਬਿਨਾਂ ਨਹੀਂ ਹੋਰ ਕੋਈ ਬਚਾ ਸਕਦਾ। ਉਸ ਵੇਲੇ ਕੀ ਹੁੰਦਾ, ਜਦੋਂ ਸ਼ਿਕਾਰੀ ਤੀਰ ਕਮਾਨ ਨੂੰ ਚਲਾਉਣ ਲੱਗਦਾ, ਤੀਰ ਛੱਡਣ ਲੱਗਦਾ, ਤਾਂ ਲੱਤ ਦੇ ਉੱਤੇ ਕਾਲੇ ਨਾਗ ਨੇ ਆ ਕੇ ਡੰਗ ਮਾਰਿਆ। ਇੰਨਾ ਦਰਦ ਹੋਇਆ, ਡਿੱਗਦੇ ਡਿੱਗਦੇ ਤੋਂ ਕਮਾਨ ਵਿੱਚੋਂ ਤੀਰ ਨਿਕਲ ਗਿਆ। ਉਹ ਕੁੱਤੇ ਦੇ ਜਾ ਕੇ ਲੱਗਾ। ਜੋ ਹਵਾ ਵਗ ਰਹੀ ਸੀ ਜੰਗਲ ਵੱਲ ਨੂੰ, ਜੋ ਅੱਗ ਨੂੰ ਜਲਾ ਰਹੀ ਸੀ, ਉਧਰੋਂ ਉਲਟੀ ਤੇ ਆਪਣਾ ਰੁਖ ਬਦਲਿਆ। ਉਸਨੇ ਜਿੱਥੇ ਜਾਲ ਲੱਗਿਆ ਹੋਇਆ ਸੀ ਉਸ ਨੂੰ ਜਲਾ ਦਿੱਤਾ, ਤਾਂ ਚਾਰੇ ਪਾਸੇ ਕਲੀਅਰ ਹੋ ਗਏ। ਇੱਕ ਹੋਰ ਮਿਸਾਲ ਸੰਤ ਮਹਾਤਮਾ ਗੁਰੂ ਸਾਹਿਬਾਨ ਦਿੰਦੇ ਨੇ। ਇੱਕ ਰਾਣੀ ਜਿਸ ਦਾ ਨਾਂ ਦ੍ਰੋਪਦੀ ਸੀ, ਉਹ ਐਸੇ ਥਾਂ ਘਿਰ ਗਈ, ਇੰਨੀ ਮਜਬੂਰ ਹੋ ਗਈ, ਜੂਹੇ ਦੇ ਵਿੱਚ ਹਾਰ ਦਿੱਤੀ ਗਈ। ਜਿਨ੍ਹਾਂ ਨੇ ਖਰੀਦੀ ਉਹਨਾਂ ਨੇ ਉਸ ਨੂੰ ਸਾਰੀ ਸਭਾ ਦੇ ਸਾਹਮਣੇ ਬੇਪਤ ਕਰਨ ਵਾਸਤੇ ਹੁਕਮ ਦੇ ਦਿੱਤਾ ਕਿ ਇਸ ਦੇ ਸਾਰੇ ਵਸਤਰ ਉਤਾਰ ਦਿਓ ਸਾਰੀ ਸਭਾ ਦੇ ਸਾਹਮਣੇ। ਅੰਦਰ ਸਭਾ ਦਸਾਸਣੇ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੇ ਨੌ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ। ਪੰਜੇ ਪਾਂਡੋ ਵੇਖਦੇ ਉਹ ਘਟ ਰੁਦੀ ਨਾਰ ਜਿਨ੍ਹਾਂ ਦੀ। ਬੜੇ ਬਹਾਦਰ ਸੂਰਮੇ ਜੋ ਹਿੰਦੁਸਤਾਨ ਦੇ ਵਿੱਚ ਉਸ ਵੇਲੇ ਸਭ ਤੋਂ ਜ਼ਿਆਦਾ ਸੂਰਮੇ ਸੀ, ਉਹ ਹੁਣ ਬੇਵਸ ਹੋਏ ਦੇਖਦੇ ਰਹੇ ਨੇ। ਬਸ ਕੁਝ ਨਹੀਂ ਚੱਲਦਾ। ਜਦੋਂ ਕੋਈ ਬਸ ਨਾ ਚੱਲਿਆ ਤਾਂ ਇੱਕ ਝਟਕਾ ਮਾਰ ਕੇ ਅੱਧੀ ਉਹਦੀ ਦ੍ਰੋਪਦੀ ਦੀ ਸਾੜੀ ਲਾ ਦਿੱਤੀ ਤੇ ਅੱਧੀ ਉਹਦੇ ਤੇ ਰਹਿ ਗਈ। ਉਸ ਵੇਲੇ ਉਸਨੇ ਸਰਨ ਲੈ ਲਈ, ਅੱਖੀ ਮੀਟ
ਧਿਆਨ ਧਰ ਹਾਹਾ ਕ੍ਰਿਸ਼ਨ ਕਰੈ ਬਿਲਲਾਂਦੀ। ਸਰਨ ਵਿੱਚ ਆ ਗਈ। ਉਸ ਵੇਲੇ ਆਪਣਾ ਤਾਣ ਛੱਡ ਦਿੱਤਾ। ਜਿਹੜੇ ਹੱਥਾਂ ਨਾਲ ਸਾੜੀ ਫੜੀ ਹੋਈ ਸੀ ਉਹ ਹੱਥ ਚੁੱਕ ਲਏ। ਉਹ ਹੱਥ ਦੋਏ ਜੁੜ ਗਏ। ਜੁੜ ਕੇ ਬੰਨ ਕੇ ਉੱਪਰ ਨੂੰ ਚਲੇ ਗਏ। ਬਈ ਹੇ ਪ੍ਰਭੂ, ਹੁਣ ਮੇਰਾ ਕੋਈ ਨਹੀਂ ਇਸ ਵੇਲੇ, ਮੈਂ ਤੇਰੀ ਸਰਨ ਹਾਂ ਹੁਣ। ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜਿਹੜਾ ਸਰਨ ਆ ਜਾਂਦਾ ਉਹਨੂੰ ਕੰਠ ਲਾਉਂਦਾ, ਇਹ ਉਹਦਾ ਬਿਰਧ ਹੈ। ਹੋਇਆ ਕਿ ਕੱਪੜ ਕੋਟ ਉਸਾਰਿਓਨ, ਥਕੈ ਦੂਤ ਨਾ ਪਾਰ ਬਸਾਂਦੀ। ਕੱਪੜਿਆਂ ਦਾ ਕਿਲਾ ਉਸਰ ਗਿਆ, ਲੇਕਿਨ ਲਾ ਨਹੀਂ ਸਕੇ ਸਾੜੀ ਨੂੰ। ਦੂਤ ਥੱਕ ਗਏ, ਝਟਕੇ ਮਾਰ ਮਾਰ ਕੇ। ਦੁਰਯੋਧਨ ਵੀ ਥੱਕ ਗਿਆ, ਬੇਹੋਸ਼ ਹੋ ਕੇ ਡਿੱਗ ਗਏ। ਗੁਰੂ 10ਵੇਂ ਪਾਤਸ਼ਾਹ ਜੀ ਨੇ ਲਿਖੀ ਹੈ 10ਵੇਂ ਗ੍ਰੰਥ ਦੇ ਅੰਦਰ, ਆਪ ਫਰਮਾਨ ਕਰਦੇ ਹਨ ਕਿ 7 ਦਿਨ 7 ਰਾਤਾਂ ਲਗਾਤਾਰ ਉਹਦੇ ਕੱਪੜੇ ਉਤਾਰਦੇ ਖਿੱਚਦੇ ਰਹੇ। ਕਿੰਨਾ ਕੱਪੜਾ ਖਿੱਚ ਹੋ ਗਿਆ ਹੋਣਾ 7 ਦਿਨਾਂ 7 ਰਾਤਾਂ ਵਿੱਚ, ਆਪ ਹੀ ਅੰਦਾਜ਼ਾ ਲਾ ਲਓ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਵੀ ਕਿਲਾ ਬਣ ਗਿਆ ਕੱਪੜਿਆਂ ਦਾ। ਜਦੋਂ ਕੁਝ ਵੀ ਨਾ ਕਰ ਸਕੇ ਤਾਂ ਫਿਰ ਕੀ ਹੁੰਦਾ? ਬੇਵਸ ਹੋਵੇ ਹਾਰ ਮੰਨ ਲਈ। ਹੱਥ ਮਰੋੜਨ ਸਿਰ ਧੁਨਨ, ਪਛੋਤਾਨ ਕਰਨ ਜਾਹੇ ਜਾਂਦੀ। ਪਛਤਾਉਂਦੇ ਨੇ ਹੁਣ ਵੀ ਅਸੀਂ ਕੰਮ ਇਹ ਜਿਹਾ ਕੀ ਕਰਿਆ ਕਿ ਕਲੰਕ ਵੀ ਮੱਥੇ ਤੇ ਲਾਇਆ, ਲੇਕਿਨ ਵਸਤਰ ਤਾਂ ਅਸੀਂ ਲਾ ਨਾ ਸਕੇ। ਉਹ ਕਿਹੜੀ ਸ਼ਕਤੀ ਹੈ ਜਿਨੇ ਇਹਦੇ ਵਸਤਰ ਲਹਿਣ ਨਹੀਂ ਦਿੱਤੇ? ਘਰ ਆਈ ਠਾਕੁਰ ਮਿਲੇ, ਪੈਜ ਰਹੀ ਬੋਲੇ ਸ਼ਰਮਾਂਦੀ। ਨਾਥ ਅਨਾਥਾਂ ਬਾਨ ਤਰਾਂਦੀ। ਭਾਈ ਗੁਰਦਾਸ ਜੀ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦਾ ਵਰ ਮਿਲਿਆ ਹੋਇਆ ਹੈ, ਉਹਨਾਂ ਨੇ ਬਿਆਨ ਕੀਤਾ ਹੈ ਇਸ ਘਟਨਾ ਬਾਰੇ ਆਪਣੀ ਬਾਣੀ ਦੇ ਅੰਦਰ। ਇਸ ਤਰ੍ਹਾਂ ਦੀਆਂ ਸਾਖੀਆਂ ਦੇ ਰਾਹੀਂ ਜਿਸ ਵਕਤ ਸਾਰੇ ਆਸਰੇ ਛੱਡ ਕੇ ਵਾਹਿਗੁਰੂ ਪ੍ਰਭੂ ਦੀ ਸ਼ਰਨ ਵਿੱਚ ਕੋਈ ਆ ਜਾਵੇ ਤਾਂ ਉਸ ਵੇਲੇ ਉਹ ਆਪ ਰਾਖੀ ਕਰਿਆ ਕਰਦਾ, ਕਿਉਂਕਿ ਆਦਤ ਪਈ ਹੋਈ ਹੈ। ਮਹਾਰਾਜ ਇੱਕ ਹੋਰ ਮਿਸਾਲ ਦਿੰਦੇ ਨੇ ਕਿ ਜਬ ਹੀ ਸਰਨ ਗਹੀ ਕਿਰਪਾ ਨਿਦ। ਹਾਥੀ ਕਿੰਨਿਆਂ ਦਿਨਾਂ ਤੋਂ ਜੱਦੋ ਜਹਿਦ ਕਰ ਰਿਹਾ ਸੀ, ਨਦੀ ਦੇ ਵਿੱਚ ਤੰਦੂਏ ਨੇ ਫੜਿਆ ਹੋਇਆ। ਵੱਡੇ ਮਗਰਮੱਛ ਨੇ ਜਦੋਂ ਕਦੇ ਹਾਥੀ ਨੂੰ ਮਗਰਮੱਛ ਖਿੱਚ ਕੇ ਲੈ ਜਾਂਦਾ ਪਾਣੀ ਵਿੱਚ, ਕਦੇ ਉਹਦਾ ਬਲ ਪੈ ਜਾਂਦਾ ਤਾਂ ਬਾਹਰ ਆ ਜਾਂਦਾ। ਅਖੀਰ ਹਾਥੀ ਬਲ ਹਾਰ ਗਿਆ, ਕਿਉਂਕਿ ਕਈ ਦਿਨ ਹੋ ਗਏ ਸੀ, ਭੁੱਖ ਦੇ ਕਾਰਨ ਕਮਜ਼ੋਰ ਹੋ ਗਿਆ ਸੀ ਹਾਥੀ। ਬਲ ਛੁੱਟ ਕਿਉਂ ਬੰਧਨ ਪਏ, ਕੋਈ ਉਪਾਅ ਨਹੀਂ ਹੋ ਰਿਹਾ। ਉਸ ਵੇਲੇ ਕੀ ਹੋਇਆ? ਮਹਾਰਾਜ ਜੀ ਆਖ ਰਹੇ ਨੇ ਕਿ ਫਿਰ ਉਸਨੇ ਅਰਦਾਸ ਕਰੀ ਪ੍ਰਭੂ ਦੇ ਅੱਗੇ ਵੀ ਹੇ ਪ੍ਰਭੂ, ਹੁਣ ਮੈਂ ਡੁੱਬ ਰਿਹਾ, ਹੁਣ ਤੇਰੀ ਸਰਨ ਹਾਂ। ਐਸਾ ਇਤਿਹਾਸ ਵਿੱਚ ਲਿਖਿਆ ਹੋਇਆ ਹੈ, ਉਸ ਦਾ ਮੂੰਹ ਪਾਣੀ ਵਿੱਚ ਡੁੱਬ ਗਿਆ ਸੀ, ਸਿਰਫ ਹੁਣ ਸੁੰਡ ਬਾਹਰ ਸੀ ਥੋੜੀ ਜਿਹੀ, ਤੇ ਸੁੰਡ 'ਚ ਪਾਣੀ ਪੈ ਜਾਂਦਾ ਤਾਂ ਉਹਨੇ ਮਰ ਜਾਣਾ ਸੀ। ਉਸ ਵੇਲੇ ਕੀ ਹੋਇਆ? ਮਹਾਰਾਜ ਕਹਿੰਦੇ ਦੇਖੋ, ਸਰਨ ਆਇਆ ਮਹਿਮਾ, ਨਾਮ ਕਹਾ ਲੋ ਵਰਨੋ, ਰਾਮ ਕਹਿਤ ਬੰਧਨ ਤੈ ਟੂਟਾ। ਸਰਨ ਆਉਂਦੀ ਸਾਰ ਹੀ ਸਾਰੇ ਬੰਧਨ ਕੱਟਣ ਵਾਸਤੇ ਖੁਦਾ ਆਪ ਉਸ ਵੇਲੇ ਹਾਜ਼ਰ ਹੋ ਗਿਆ ਤੇ ਸਾਰੇ ਬੰਧਨ ਕੱਟ ਦਿੱਤੇ। ਅੱਜ ਤੱਕ ਇਹ ਮਿਸਾਲਾਂ ਚੱਲੀਆਂ ਆਉਂਦੀਆਂ ਨੇ। ਸੋ ਸਰਨ ਦੀ ਜੋ ਬਾਤ ਆਪਾਂ ਸਮਝਣ ਦਾ ਯਤਨ ਕੀਤਾ ਹੈ, ਉਹ ਹੈ ਗੁਰੂ ਮਹਾਰਾਜ ਜੀ ਆਖ ਰਹੇ ਨੇ,
ਸੁਆਮੀ ਸਰਨ ਪਰਿਓ ਦਰਬਾਰੇ, ਸੁਆਮੀ ਸਰਨ ਪਰਿਓ ਦਰਬਾਰੇ, ਸਰਨ ਪਰਿਓ ਦਰਬਾਰੇ, ਸੁਆਮੀ ਸਰਨ ਪਰਿਓ ਦਰਬਾਰੇ। ਕੋਟ ਅਪਰਾਧ ਖੰਡਨ ਕੈ ਦਾਤੇ, ਕੋਟ ਅਪਰਾਧ ਖੰਡਨ ਕੈ ਦਾਤੇ, ਤੁਝ ਬਿਨ ਕੌਣ ਉਧਾਰੈ, ਤੁਝ ਬਿਨ ਕੌਣ ਉਧਾਰੇ। ਸਰਨ ਪਰਿਓ ਦਰਬਾਰੇ, ਸੁਆਮੀ ਸਰਨ ਪਰਿਓ ਦਰਬਾਰੇ। ਤੇਰੇ ਬਿਨਾਂ ਦਾਤਾ ਹੋਰ ਕੋਈ ਨਹੀਂ ਰੱਖ ਸਕਦਾ। ਇਸੇ ਤਰ੍ਹਾਂ ਦੋ ਗੁਰਸਿੱਖ ਸੇਵਕ ਹੋਏ ਹਨ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਬਹੁਤ ਉੱਚੀ ਪਦਵੀ ਤੇ ਪਹੁੰਚ ਗਏ। ਭਾਈ ਪਿਰਥਾ ਜੀ ਅਤੇ ਭਾਈ ਖੇੜਾ ਜੀ, ਸੋਹਣੀ ਖੱਤਰੀ, ਜੋ ਲਾਹੌਰ ਦੇ ਰਹਿਣ ਵਾਲੇ ਸਨ। ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲੇ, ਉਹਨਾਂ ਨੇ ਚਰਨ ਸਰਨ ਭਗਤੀ ਦੇ ਨਾਲ ਅਮਰ ਪਦਵੀ ਪ੍ਰਾਪਤ ਕਰ ਲਈ, ਕਿਉਂਕਿ ਭਗਤੀ ਦਾ 9 ਭਗਤੀਆਂ ਵਿੱਚੋਂ ਇੱਕ ਸਰਨਾਗਤ ਭਗਤੀ ਹੈ। ਸਰਨ ਆ ਜਾਣਾ, ਆਪ ਛੱਡ ਸਦਾ ਰਹਿ ਪਰਨਾ, ਗੁਰਬਿਨ ਅਵਰ ਨਾ ਜਾਣਾ ਕੋਈ। ਆਪਾ ਛੱਡ ਦੇਣਾ ਤੇ ਗੁਰੂ ਦੇ ਪਰਨੇ ਰਹਿਣਾ। ਭਾਈ ਗੁਰਦਾਸ ਜੀ ਨੇ ਉਹਨਾਂ ਬ੍ਰਹਮ ਗਿਆਨੀ ਮਹਾਪੁਰਸ਼ਾਂ, ਪੁਗੀਆਂ ਹੋਈਆਂ ਰੂਹਾਂ, ਉਹਨਾਂ ਦਾ ਸੰਖੇਪ ਜਿਹਾ ਯਤਨ ਕੀਤਾ ਹੈ, ਛੋਟਾ ਜਿਹਾ, ਬਈ ਇੱਕ ਗੁਰਸਿੱਖ ਐਸੇ ਹੋਏ ਜਿਹੜੇ ਚਰਨ ਸਰਨ ਵਿੱਚ ਸੁਖ ਸਹਿਜ ਦੇ ਨਿਵਾਸੀ ਹੋ ਗਏ ਸੀ। ਉਹਨਾਂ ਦੇ ਵਿੱਚ ਆਪ ਫਰਮਾਨ ਕਰਦੇ ਹਨ ਕਿ ਪਿਰਥਾ ਖੇੜਾ ਸੋਇਰੀ, ਚਰਨ ਸਰਨ ਸੁਖ ਸਹਿਜ ਨਿਵਾਸੀ। ਚਰਨ ਸ਼ਰਨ ਆ ਕੇ ਉਸ ਸੁਖ ਨੂੰ ਪ੍ਰਾਪਤ ਕਰ ਲਿਆ ਜਿਸ ਨੂੰ ਸਹਿਜ ਅਵਸਥਾ ਕਹਿੰਦੇ ਨੇ। ਆਪ ਦੋਏ ਮਿੱਤਰ ਸੀ, ਦੋਵੇਂ ਇਕੱਠੇ ਹੀ ਸਾਸੰਗ ਵਿੱਚ ਜਾਇਆ ਕਰਦੇ ਸਨ, ਲੇਕਿਨ ਅਜੇ ਤੱਕ ਕੋਈ ਰਸਤਾ ਕਿਤੋਂ ਵੀ ਮਿਲ ਨਹੀਂ ਸੀ ਰਿਹਾ। ਸ਼ੌਕ ਮਨ ਵਿੱਚ ਬਹੁਤ ਸੀ, ਰਾਹ ਨਹੀਂ ਸੀ ਲੱਭਦਾ। ਅਸਲ ਰਾਹ ਦੀ ਤਲਾਸ਼ ਵਾਸਤੇ ਥਾਂ ਥਾਂ ਤੇ ਮਹਾਤਮਾ ਦੀ ਸੰਗਤ ਕਰਦੇ, ਲੇਕਿਨ ਕਾਫੀ ਉਮਰ ਬੀਤ ਗਈ, ਲੰਘ ਗਈ, ਅਜੇ ਤੱਕ ਉਹ ਅਸਲੀ ਥਾਂ ਨਹੀਂ ਮਿਲਿਆ ਜਿਸ ਥਾਂ ਨੂੰ ਦੋਵੇਂ ਚਾਹੁੰਦੇ ਸੀ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇ ਸਾਸੰਗ ਮੰਡਲ ਦੇ ਕੁਝ ਗੁਰਸਿੱਖ, ਜਿਨ੍ਹਾਂ ਦੀ ਡਿਊਟੀ ਸੀ ਕਿ ਆਪ ਜਪੈ ਅਵਰਾ ਨਾਮ ਜਪਾਵੇ, ਸਾਸੰਗ ਦਾ ਮਾਹੌਲ ਪੈਦਾ ਕਰਿਆ ਕਰਦੇ ਸੀ। ਤੇ ਆਪ ਵੀ ਉਹਨਾਂ ਇਸ ਭਾਵ ਦੇ ਬਚਨ ਸਰਵਣ ਕੀਤੇ। ਸਾਹੋਂ ਵਿਛੜਿਆ ਵਣਜਾਰਾ, ਸਾਹੋਂ ਵਿਛੜਿਆ ਵਣਜਾਰਾ, ਸਾਹੋਂ ਵਿਛੜਿਆ ਵਣਜਾਰਾ, ਵਿਛੜਿਆ ਵਣਜਾਰਾ। ਮੋਹ ਲਿਆ ਮਾਇਆ ਮੋਹਣੀ ਨੇ, ਮਾਇਆ ਮੋਹਣੀ ਨੇ। ਸਾਹੋਂ ਵਿਛੜਿਆ ਵਣਜਾਰਾ, ਮੋਹ ਲਿਆ ਮਾਇਆ ਮੋਹਣੀ ਨੇ। ਸਾਹੋਂ ਵਿਛੜਿਆ ਵਣਜਾਰਾ, ਮੋਹ ਲਿਆ ਮਾਇਆ ਮੋਹਣੀ ਨੇ। ਮਾਨਸ ਜਨਮ ਦਲੰਭ ਹੈ, ਛਿਨ ਭੰਗਰ ਛਲ ਦੇਹੀ ਇਸ਼ਾਰਾ। ਛਿਨ ਭੰਗਰ ਜਿਹੀ ਸਦਾ ਸਦੀਵੀ ਕਾਇਮ ਨਹੀਂ ਰਹਿੰਦੀ, ਇੱਕ ਛਲ ਹੈ ਸਦਾ ਅਟਲ, ਨਾ ਰਹਿਣ ਤੇ ਵੀ ਇਸ ਨੂੰ ਅਟਲ ਮੰਨਦਾ। ਪਾਣੀ ਦਾ ਕਰ ਪੁੱਤਰਾ, ਉਡੇ ਨਾ ਪਾਉਣ ਖੁੱਲੇ ਨੌ ਦੁਆਰਾ। ਪਾਣੀ ਦਾ ਪੁਤਲਾ, ਪਵਨ ਗੁਰੂ ਪਾਣੀ ਪਿਤਾ, ਪਾਣੀ ਤੋਂ ਪੈਦਾ ਹੋਇਆ, ਮੈਲੇ ਪਾਣੀ ਤੋਂ ਪੁਤਲਾ ਬਣ ਗਿਆ। ਤੇ ਹਵਾ ਇਹਦੇ ਵਿੱਚੋਂ ਨਿਕਲਦੀ ਨਹੀਂ ਹੈ, ਉੱਡਦੀ ਨਹੀਂ ਹੈ। ਜਿਹੜੀ ਇਹਦੇ ਅੰਦਰ ਜਾਂਦੀ ਹੈ, ਬਾਹਰ ਆਉਂਦੀ ਹੈ। 9 ਦਰਵਾਜ਼ੇ ਖੁੱਲੇ ਨੇ, ਲੇਕਿਨ ਫਿਰ ਵੀ ਨਹੀਂ ਉੱਡਦੀ। ਅਗਨ ਕੁੰਡ ਵਿੱਚ ਰੱਖੀਆਂ ਨਰਕ ਕੋਰ ਮਹਿ
ਉਧਰ ਮਜਾਰਾ। ਆਖ ਰਹੇ ਨੇ ਅਗਨ ਦਾ ਕੁੰਡ ਸੀ ਚਾਰੇ ਪਾਸੇ, ਇੰਨੀ ਅੱਗ ਸੀ ਕਿ ਜੇ ਕੱਚੇ ਦਾਣੇ ਖਾ ਲਓ ਉਹ ਵੀ ਹਾਜ਼ਮ ਹੋ ਜਾਂਦੇ ਨੇ। ਤੇ ਉਹਦੇ ਵਿੱਚ ਨਰਕ ਘੋੜ ਦਾ ਦੁਆਰਾ ਜਿਹੜਾ ਸੀ, ਉੱਥੇ ਪੁੱਠਾ ਲਟਕਦਾ, ਇਹੋ ਜਿਹੇ ਥਾਂ ਉਹਦਾ ਵਾਸਾ। ਬਚਿਆ ਕਾਹਦੇ ਤੇ? ਆਖ ਰਹੇ ਨੇ ਕਰੇ ਉਰਦ ਤਪ, ਗਰਭ ਵਿੱਚ ਪੁੱਠਾ ਲਟਕਿਆ ਹੋਇਆ ਤਪ ਕਰਦਾ ਤੇ ਵਾਰ-ਵਾਰ ਪਰਮੇਸ਼ਰ ਨੂੰ ਧਿਆਉਂਦਾ, ਆਰਾਧਨਾ ਕਰਦਾ। ਚਸਾ ਨਾ ਵਿਸਰੈ ਸਿਰਜਣਹਾਰਾ। ਅੱਖ ਝਮਕਣ ਤੋਂ 15 ਗੁਣਾ ਘੱਟ ਟਾਈਮ, ਕਹਿੰਦੇ ਇੰਨਾ ਚਿਰ ਵੀ ਵਾਹਿਗੁਰੂ ਨਹੀਂ ਸੀ ਵਿਸਰਦਾ, ਨਾ ਤੁਹਾਨੂੰ ਨਾ ਮੈਨੂੰ, ਕਿਉਂਕਿ ਉੱਥੇ ਬਚਾ ਹੀ ਇਸ ਚੀਜ਼ ਨਾਲ ਹੁੰਦਾ। ਗਰਭ ਕੁੰਟ ਮਹਿ ਉਰਦ ਤਪ ਕਰਤੇ, ਸਾਸ ਸਾਸ ਸਿਮਰਤ ਹਰ ਰਹਤੇ। ਗਿਆਨ ਸੀ ਪਿਛਲੇ 100 ਜਨਮਾਂ ਦਾ, ਸ਼ਬਦ ਦੇ ਆਸਰੇ ਜਿਉਂਦਾ ਸੀ। ਕਰੇ ਉਰਦ ਤਪ ਗਰਭ ਵਿੱਚ, ਚਸਾ ਨਾ ਵਿਸਰੈ ਸਿਰਜਣਹਾਰਾ। 10 ਮਹੀਨੇ ਜੰਮਿਆ ਸਿਮਰਨ ਕਰੇ, ਕਰੀ ਕਰੇ ਨਿਸਤਾਰਾ। ਉਹ ਸਿਮਰਨ ਕਰਨ ਦੇ ਨਾਲ ਹੀ ਇਹਦਾ ਨਿਸਤਾਰਾ ਹੋ ਗਿਆ। ਲੇਕਿਨ ਹੋਇਆ ਕੀ? ਜੰਮਦੋ ਮਾਇਆ ਮੋਹਿਆ, ਪੈਦਾ ਹੁੰਦੇ ਸਾਰ ਉਸੇ ਵੇਲੇ ਮਾਇਆ ਨੇ ਮੋਹ ਲਿਆ। ਲਿਵ ਟੁੱਟ ਗਈ, ਲਿਵ ਛੁਟਕੀ ਲਗੀ ਤ੍ਰਿਸ਼ਨਾ ਮਾਇਆ, ਉਮਰ ਵਰਤਾਇਆ। ਲਿਵ ਟੁੱਟ ਗਈ ਤੇ ਤ੍ਰਿਸ਼ਨਾ ਦਾ ਰੋਗ ਲੱਗ ਗਿਆ। ਮਾਇਆ ਦਾ ਹੁਕਮ ਇਹਦੇ ਉੱਤੇ ਹੋ ਗਿਆ। ਨਦਰ ਨਾ ਆਵੈ ਰੱਖਣ ਹਾਰਾ। ਹੁਣ ਕੀ ਹੋਇਆ? ਜਿਹਨੇ ਰੱਖਿਆ ਸੀ, ਜਿਹਦਾ ਨਾਮ ਸੁਣ ਕੇ ਜਿਉਂਦਾ ਸੀ, ਉਹ ਹੁਣ ਨਜ਼ਰ ਨਹੀਂ ਆਉਂਦਾ, ਭੁੱਲ ਗਿਆ। ਸਾਹੋਂ ਵਿਛੜਿਆ ਵਣਜਾਰਾ। ਇਹ ਜੀਵ ਜਿਹੜਾ ਸੀ ਵਾਹਿਗੁਰੂ ਦੇ ਨਾਲ, ਇਹ ਜਿਹੜਾ ਜੀਵ ਸੀ ਵਾਹਿਗੁਰੂ ਦੇ ਨਾਲੋਂ ਵਿਛੜ ਗਿਆ। ਹੁਣ ਵਿਛੜਿਆ ਹੋਇਆ ਰੋਂਦਾ, ਦੁਖੀ ਹੋਇਆ ਫਿਰਦਾ। ਉਸ ਆਪਣੇ ਪਤੀ ਪੂਰਨ ਪਰਮੇਸ਼ਰ ਨੂੰ ਮਿਲਣ ਦਾ ਕੋਈ ਵੀ ਉਦਮ, ਕੋਈ ਵੀ ਉਤਸ਼ਾਹ ਇਹਦੇ ਮਨ ਵਿੱਚ ਨਹੀਂ ਆ ਰਿਹਾ। ਇੰਨਾ ਜ਼ਿਆਦਾ ਮੋਹਿਤ ਹੋ ਗਿਆ ਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਗੱਲ ਦਾ। ਹੌਲੀ ਹੌਲੀ ਪਿਆਰ ਵਿੱਚ, ਗੁਰਬਾਣੀ ਦਾ ਫਰਮਾਨ ਹੈ ਜੀ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੇ ਸੁਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸੰਝ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਵਿਨਾਸ਼। ਪੈਸੇ ਹੀ ਜੋੜੀ ਜਾਂਦਾ, ਇਕੱਠਾ ਕਰੀ ਜਾਂਦਾ ਸਾਰਾ ਕੁਝ। ਜਿਉਂ-ਜਿਉਂ ਬੁੱਢਾ ਹੁੰਦਾ ਜਾਂਦਾ, ਤਿਉਂ-ਤਿਉਂ ਬਹੁਤ ਪੈਸੇ ਜੋੜੀ ਜਾਂਦਾ। ਤ੍ਰਿਸ਼ਨਾ ਦੀ ਅੱਗ ਵੱਧਦੀ ਹੀ ਚਲੀ ਜਾਂਦੀ। ਇਹ ਤਾਂ ਹੈ ਨਹੀਂ ਬਈ, ਨਾਲ ਤਾਂ ਮੇਰੇ ਕੁਝ ਜਾਣਾ ਨਹੀਂ, ਨਾ ਇੰਨਾ ਧਨ ਇਕੱਠਾ ਕਰਾਂ, ਮੈਂ ਹੁਣ ਨਾਮ ਦਾ ਧਨ ਇਕੱਠਾ ਕਰਾਂ। ਉਹ ਲਾਲਚ ਤਾਂ ਛੱਡ ਦਿੱਤਾ, ਉਹਦੀ ਥਾਂ ਤੇ ਉਹਦੀ ਮਾਇਆ ਨਾਲ ਪਿਆਰ ਪਾ ਲਿਆ, ਜਿਹੜੀ ਛੱਡ ਜਾਣੀ ਹੈ। ਕਾਹਦੇ ਵਾਸਤੇ ਆਪ ਦੇ ਤੈਕ, ਕਾਹਦੇ ਵਾਸਤੇ ਆਪ ਦੇ ਦੇਖਾ ਨਹੀਂ ਹੁੰਦਾ, ਪਹਿਲਾ ਨਹੀਂ ਹੁੰਦਾ, ਪਹਿਲ ਨਹੀਂ ਹੁੰਦਾ, ਤੇ ਖਾ ਨਹੀਂ ਹੁੰਦਾ, ਪਹਿਣ ਨਹੀਂ ਹੁੰਦਾ, ਕਿਤੇ ਆ ਜਾ ਨਹੀਂ ਸਕਦਾ, ਸੈਰ ਸਪਾਟੇ ਨਹੀਂ ਕਰ ਸਕਦਾ, ਕਿਉਂਕਿ ਸਰੀਰ ਸਾਥ ਨਹੀਂ ਦਿੰਦਾ। ਜੋੜਦਾ ਕਿਹਨਾਂ ਵਾਸਤੇ ਹੈ? ਜਿਨ੍ਹਾਂ ਨੇ ਪੁੱਛਣਾ ਨਹੀਂ ਹੈ। ਸੋ ਐਸਾ ਮੋਹਿਤ ਕਰਤਾ ਮਾਇਆ ਨੇ, ਤੇ ਸ਼ਾਹ ਤੋਂ ਵਿਛੜਿਆ ਹੋਇਆ ਵਣਜਾਰਾ ਮੁੜ ਕੇ ਕਾਮ ਕ੍ਰੋਧ ਵੈਰ ਵਿਰੋਧ ਲੋਭ ਮੋਹ ਕਹਿ ਰਹੇ ਨੇ, ਇਹਨਾਂ ਨਾਲ ਦੋਸਤੀ ਲਾ ਲਈ ਇਹਨੇ।
ਵੈਰੀਆਂ ਨਾਲ। ਜਿਹੜਾ ਸੰਗ ਸਹਾਈ ਵਾਹਿਗੁਰੂ ਸੀ, ਗੁਰੂ ਸੀ, ਉਹਦਾ ਇਹਨੂੰ ਧਿਆਨ ਚੋਂ ਨਿਕਲ ਗਿਆ। ਕੋਈ ਮੁੜ ਕੇ ਧਿਆਨ ਦਿੰਦਾ ਨਹੀਂ। ਸਾਰਾ ਦਿਨ 24 ਘੰਟੇ 7 ਦਿਨ ਮਹੀਨੇ ਸਾਲ ਪਰਮੇਸ਼ਰ ਨੂੰ ਭੁੱਲ ਕੇ ਤੁਰਿਆ ਚਲਿਆ ਜਾ ਰਿਹਾ। ਹੋਰ ਹੀ ਵੱਖਰਾ ਨਸ਼ਾ ਚੜ ਗਿਆ ਇਹਨੂੰ, ਤੇ ਵਾਹਿਗੁਰੂ ਵੱਲੋਂ ਇਹਦਾ ਧਿਆਨ ਟੁੱਟ ਗਿਆ। ਸੋ ਸੰਤ ਮਹਾਤਮਾ ਮਹਾਪੁਰਸ਼ ਹੋਰ ਇਸ ਨੂੰ ਸਮਝਾਉਣ ਲਈ ਇਸ ਤਰ੍ਹਾਂ ਫਰਮਾਨ ਕਰ ਰਹੇ ਹਨ। ਫੇਰ ਹੱਥ ਨਹੀਂ ਆਉਣਾ ਬੇਲਾ ਹੱਥੋਂ ਲੰਘਿਆ, ਫੇਰ ਹੱਥ ਨਹੀਂ ਆਉਣਾ ਬੇਲਾ ਹੱਥੋਂ ਲੰਘਿਆ, ਹੱਥੋਂ ਲੰਘਿਆ ਬੇਲਾ ਹੱਥੋਂ ਲੰਘਿਆ, ਤੇਰੇ ਹੱਥ ਨਹੀਂ ਆਉਣਾ ਬੇਲਾ ਹੱਥੋਂ ਲੰਘਿਆ। ਸੁਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਬਿਹਾਵੈ, ਭਰ ਜੋਬਨ ਭਰਮਾਈਐ, ਪਰ ਤਨ ਧਨ ਪਰ ਨਿੰਦ ਲੁਭਾਵੈ, ਬਿਰਧ ਹੁਆ ਜੰਜਾਲ ਵਿੱਚ ਮਹਾਜਾਲ ਪਰਵਾਰ ਬਫਾਵੈ, ਵੱਲਹੀਣਾ ਮਤਹੀਣ ਹੋਏ ਨਾਉ 72 ਬਰੜਾਵੈ, ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿਦ ਸਤਾਵੈ, ਸਾਧ ਸੰਗਤ ਗੁਰ ਸ਼ਬਦ ਬਿਨ 184 ਜੂਨ ਭਵਾਵੈ, ਸਾਧ ਸੰਗਤ ਗੁਰ ਸ਼ਬਦ ਬਿਨ ਅਵਸਰ ਚੁੱਕਾ ਹੱਥ ਨਾ ਆਵੈ। ਬਚਪਨ ਦੇ ਅੰਦਰ ਇਸ ਨੂੰ ਕੋਈ ਸੋਝੀ ਨਹੀਂ ਹੁੰਦੀ। ਸੁਧ ਨਾ ਆਵੈ, ਸੁਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੈ, ਖੇਡਾਂ ਕਰਦੇ ਦਾ ਸਮਾਂ ਲੰਘ ਜਾਂਦਾ, ਜੋਬਨ ਆ ਗਿਆ, ਭਰ ਜੋਬਨ ਭਰਮਾਈਐ, ਉਹਦੇ ਵਿੱਚ ਕਿਹੜੀ ਗੱਲਾਂ 'ਚ ਭਰ ਗਿਆ, ਪਰ ਤਨ ਧਨ ਪਰ ਨਿੰਦ ਲੁਭਾਵੈ, ਪਰਾਇਆ ਧਨ ਪਰਾਇਆ ਤਨ ਪਰਾਈ ਨਿੰਦਾ ਇਹਦੇ ਵਿੱਚ ਗੁਲਤਾਨ ਹੋ ਗਿਆ। ਬਿਰਧ ਹੋਆ ਜੰਜਾਲ ਵਿੱਚ ਮਹਾਜਾਲ ਪਰਿਵਾਰ ਵਫਾਵਾ। ਹੁਣ ਬਿਰਧ ਹੋ ਗਿਆ ਤੇ ਮਹਾਜਾਲ ਪੈ ਗਿਆ, ਪੁੱਤਰਾਂ ਦਾ, ਪੋਤਿਆਂ ਦਾ, ਕੁੜਮਾਂ ਦਾ, ਜਵਾਈਆਂ ਦਾ, ਹੋਰ ਅਨੇਕਾਂ ਰਿਸ਼ਤੇਦਾਰਾਂ ਦਾ, ਤੇ ਮਹਾਜਾਲ ਵਿੱਚ ਫਸ ਗਿਆ। ਫਿਰ ਵੱਲਹੀਣਾ ਹੋ ਗਿਆ। ਫਰੀਦਾ ਚੱਬਣ ਚਲਨ ਰਤਨ ਸੇ ਸੁਨਿਆਰ ਰਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਵੱਲਹੀਣਾ ਹੋ ਗਿਆ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਢੂਗਰ ਭਵਿਓਮ। ਅੱਜ ਫਰੀਦਾ ਕੁਜੜਾ ਸੈ ਕੋਹਾ ਥਿਓਮ। ਬਿਮਾਰ ਮੰਜੇ ਤੇ ਪਏ ਨੇ। ਬਾਬਾ ਫਰੀਦ ਜੀ 92 ਸਾਲ ਦੀ ਉਮਰ ਆਪ ਦੀ ਹੋ ਗਈ। ਪਾਣੀ ਦੀ ਪਿਆਸ ਲੱਗੀ ਹੈ। ਸੇਵਾਦਾਰ ਕੋਈ ਨੇੜੇ ਨਹੀਂ ਹੈ। ਗਰਮੀ ਦਾ ਮਹੀਨਾ ਹੈ। ਕੋਲ ਬਰਤਨ ਪਿਆ ਹੈ। ਹੱਥ ਕਰਦੇ ਨੇ, ਲੇਕਿਨ ਹੱਥ ਤੋਂ ਥੋੜਾ ਜਿਹਾ ਦੂਰ ਰਹਿ ਜਾਂਦਾ। ਉਸ ਵੇਲੇ ਆਪਣੇ ਸਰੀਰ ਵੱਲ ਦੇਖਦੇ ਨੇ, ਬਈ ਕੀ ਹੋ ਗਿਆ। ਆਹ ਛੋਟੀਆਂ ਲੱਤਾਂ ਨੇ ਬੜੇ ਵੱਡੇ ਪਹਾੜਾਂ ਨੂੰ ਗਾਹਿਆ, ਰੇਗਿਸਤਾਨਾਂ ਦੇ ਵਿੱਚ ਗਿਆ, ਲੇਕਿਨ ਹੁਣ ਆਹ ਜਿਹੜਾ ਪਾਣੀ ਦਾ ਬਰਤਨ ਪਿਆ, ਇਹ ਮੈਨੂੰ ਇੰਜ ਲੱਗਦਾ ਜਿਵੇਂ 100 ਕੋਹ ਤੇ ਪਿਆ ਹੋਵੇ। 100 ਕੋਹ ਤੇ ਜਾਣ ਵਾਸਤੇ ਮੈਨੂੰ ਕੋਈ ਘੋੜ ਨਹੀਂ ਸੀ ਹੁੰਦੀ। ਜਦ ਜੀ ਕਰਦਾ ਤੁਰ ਜਾਂਦਾ, ਲੇਕਿਨ ਅੱਜ ਬਲ ਇੰਨਾ ਹਾਰ ਗਿਆ ਕਿ ਕੋਲ ਪਿਆ ਹੋਇਆ ਪਾਣੀ ਮੈਨੂੰ ਇਉਂ ਲੱਗਦਾ ਵੀ ਮੇਥੋਂ 100 ਕੋਹਾਂ ਤੇ ਹੈ। ਬਿਰਧ ਹੋਆ ਜੰਜਾਲ ਵਿੱਚ ਮਹਾਜਾਲ ਪਰਿਵਾਰ ਵਫਾਵੈ। ਵੱਲਹੀਣਾ ਮਤਹੀਣ ਹੋਏ ਨਾਉ 72 ਬਰੜਾਵੈ। ਵੱਲਹੀਣਾ ਹੋ ਗਿਆ। ਸੰਸਾਰ ਦੀ ਮੱਤ ਸੰਸਾਰ ਵਾਲਿਆਂ ਨੂੰ ਪਸੰਦ ਨਹੀਂ ਆਉਂਦੀ। ਮਤਹੀਣਾ ਕਹਿਣ ਲੱਗ ਗਿਆ ਤੇ 72 73 ਕਹਿਣ ਲੱਗ ਗਏ।
ਅੰਨਾ ਬੋਲਾ ਪਿੰਗਲਾ ਤਨ ਥਕਾ ਮਨ ਦਹਿਦ ਸਤਾਵੈ। ਅੱਖਾਂ ਦੀ ਜੋਤੀ ਜਾਂਦੀ ਰਹੀ, ਕੰਨਾਂ ਤੋਂ ਸੁਣਦਾ ਨਹੀਂ, ਹੱਥ ਲਾ ਲਾ ਕਹਿੰਦਾ ਬਈ, ਫਿਰ ਕਹੀ ਜਾਂਦਾ ਮੈਂ ਸੁਣਿਆ ਨਹੀਂ, ਮੱਥੇ ਤੇ ਹੱਥ ਰੱਖ ਕੇ ਕਹਿੰਦਾ ਮੈਂ ਤੇ ਤੈਨੂੰ ਪਛਾਣਿਆ ਨਹੀਂ, ਕਾਕਾ ਕੌਣ ਹੈ ਤੂੰ? ਤੁਰ ਨਹੀਂ ਹੁੰਦਾ, ਕਹਿੰਦੇ ਪਿੰਗਲਾ ਹੋ ਗਿਆ। ਹੱਥਾਂ ਦੇ ਹੁੰਦੇ, ਅੱਖਾਂ ਦੇ ਹੁੰਦੇ, ਕੰਨਾਂ ਦੇ ਹੁੰਦੇ, ਅੰਨਾ ਬੋਲਾ ਪਿੰਗਲਾ ਤਨ ਥੱਕ ਗਿਆ, ਲੇਕਿਨ ਮਨ ਨਹੀਂ ਥੱਕਿਆ। ਮਨ ਤਾਂ ਕਹਿੰਦੇ 10 ਦੇਸ਼ਾਂ ਵਿੱਚ ਚਾਰੇ ਪਾਸੇ ਨੱਠਿਆ ਹੀ ਫਿਰਦਾ। ਮਨ ਹੋਰ ਬਲਵਾਨ ਹੋ ਗਿਆ। ਸਾਧ ਸੰਗਤ ਗੁਰ ਸ਼ਬਦ ਬਿਨ ਲੱਖ 84 ਜੂਨ ਭਵਾਵੈ। ਅਵਸਰ ਚੁੱਕਾ ਹੱਥ ਨਾ ਆਵੈ। ਫਿਰ ਇਹਨੂੰ ਪਤਾ ਲੱਗਾ ਕਿ ਲੰਘਿਆ ਹੋਇਆ ਸਮਾਂ ਹੱਥ ਨਹੀਂ ਆਉਣਾ। ਮਹਾਪੁਰਸ਼ਾਂ ਨੇ ਆਖਿਆ ਕਿ ਆਪਣਾ ਬੇਲਾ ਹੁਣ ਸੰਭਾਲ ਲਓ। ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਸਾਰੀ ਸਰੀਰ ਦੇਹੀ ਮਿਲੀ ਸੀ ਪਰਮੇਸ਼ਰ ਦਾ ਭਜਨ ਕਰਨ ਵਾਸਤੇ ਹੈ। ਇਸ ਨੂੰ ਦੇਵਤਾ ਲੋਕ, ਜਿਸ ਦੀ ਪਦਵੀ ਸਾਡੇ ਨਾਲੋਂ ਹਜ਼ਾਰਾਂ ਗੁਣਾ ਉੱਚੀ ਹੈ, ਉਹ ਵੀ ਸਵਰਗ ਲੋਕਾਂ ਪਰਮ ਸੁਖ ਵਿੱਚ ਬੈਠਦੇ ਲੋਚਦੇ ਨੇ ਕਿ ਅਸੀਂ ਕਦੋਂ ਮਨੁੱਖ ਬਣੀਏ ਤੇ ਫਿਰ ਮਨੁੱਖ ਬਣ ਕੇ ਕਿਸੇ ਪੂਰੇ ਗੁਰ ਦੀ ਸ਼ਰਨ ਜਾਈਏ, ਸ਼ਰਨ ਲਈਏ, ਕਰਮ ਕਮਾਈਏ, ਉਪਾਸਨਾ ਕਰੀਏ, ਗਿਆਨ ਤੇ ਵਿਗਿਆਨ ਦੀ ਅਵਸਥਾ ਚੋਂ ਨਿਕਲ ਕੇ ਆਪਣੇ ਘਰ ਪਹੁੰਚੀਏ, ਜਿਸ ਨੂੰ ਨਿਜ ਘਰ ਸੋ ਘਰ ਕਹਿੰਦੇ ਨੇ। ਸ਼ਬਦ ਖੋਜ ਇਹ ਘਰ ਲਹੈ, ਨਾਨਕ ਤਾ ਕਾ ਦਾਸ। ਸ਼ਬਦ ਦੀ ਖੋਜ ਕਰਕੇ ਅਸੀਂ ਆਪਣੇ ਅਸਲੀ ਘਰ ਵਿੱਚ ਜਾਈਏ। ਦੇਵੀ ਦੇਵਤੇ ਵੀ ਲੋਚਦੇ ਨੇ ਇਨਸਾਨ ਜਨਮ ਲਈ। ਮਹਾਰਾਜ ਜੀ ਸਮਝਾ ਰਹੇ ਨੇ, ਭਜੋ ਗੋਬਿੰਦ ਭੂਲ ਮਤ ਜਾਹੋ। ਦੇਖਿਓ ਪ੍ਰੇਮਿਓ, ਸਾਡੇ ਕੋਲ ਆਉਂਦੇ ਹੋ ਤੁਸੀਂ, ਆ ਇੱਕ ਗੱਲ ਨਾ ਭੁੱਲ ਜਾਇਓ, ਪਰਮੇਸ਼ਰ ਦਾ ਧਿਆਨ ਕਰਨਾ, ਭਜਨ ਸਿਮਰਨ ਕਰਨਾ। ਮਾਨਸ ਜਨਮ ਕਾ ਇਹੀ ਲਾਹ, ਆਹੀ ਲਹਾ ਹੈ। ਜਬ ਲਗ ਜਰਾ ਰੋਗ ਨਹੀਂ ਆਇਆ, ਤਬ ਲਗ ਕਾਲ ਗ੍ਰਹਸੀ ਨਹੀਂ ਕਾਇਆ। ਜਿੰਨੀ ਦੇਰ ਬੁਢਾਪੇ ਦਾ ਰੋਗ ਨਹੀਂ ਆ ਲੱਗਿਆ, ਜਿੰਨਾ ਚਿਰ ਕਾਲ ਨੇ ਆ ਕੇ ਹੱਥ ਨਹੀਂ ਪਾਇਆ। ਜਬ ਲਗ ਬਿਕਲ ਭਈ ਨਹੀਂ ਬਾਨੀ, ਜਿੰਨਾ ਚਿਰ ਜੀਵ ਚੱਲਦੀ ਹੈ ਤਾਂ ਹੀ ਬੋਲ ਸਕਦੀ ਹੈ। ਭਾਜਰੇ ਮਨ ਸਾਰਗ ਪਾਨੀ। ਜਿਵੇਂ ਪਪੀਹਾ ਕਰਦਾ ਨਾ, ਪੀਰੋਂ ਪੀਰੋਂ ਇੰਜ ਤੂੰ ਕਰੀ ਜਾ, ਵਾਹਿਗੁਰੂ 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 ਵਾਹਿਗੁਰੂ। ਕਬੀਰ ਕੈਸੋ ਕੈਸੋ ਕੂਕੀਏ, ਨਾ ਸੋਈਏ ਅਸਾਰ। ਰਾਤ ਦਿਵਸ ਕੇ ਕੂਕਨੇ, ਕਬੂ ਕੇ ਸੁਨੇ ਪੁਕਾਰ। ਕਦੇ ਤਾਂ ਪੁਕਾਰ ਸੁਣ ਹੀ ਲਓ ਸਾਡੀ, ਜੇ ਪਪੀਹੇ ਦੀ ਤਰ੍ਹਾਂ ਪੁਕਾਰ। ਬੱਦਲ ਸੁਣ ਕੇ ਬਾਰਿਸ਼ ਵਰਖਾ ਕਰ ਦਿੰਦਾ, ਤੇ ਤੇਰੀ ਪੁਕਾਰ ਸੁਣ ਕੇ ਪਰਮੇਸ਼ਰ ਨੇ ਅੰਮ੍ਰਿਤ ਦੀ ਵਰਖਾ ਤੇਰੇ ਅੰਦਰ ਕਰ ਹੀ ਦੇਣੀ ਹੈ। ਅਬ ਨਾ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਹੁਣੇ ਹੀ ਨਾਮ ਜਪਣ ਦਾ ਵੇਲਾ ਹੈ, ਹੋਰ ਕਿਹੜਾ ਵੇਲਾ ਉਡੀਕਦਾ ਤੂੰ? ਅੰਤ ਸਮੇਂ ਦਾ ਤਾਂ ਵਾਹਿਗੁਰੂ ਕਹਿਣ ਨਹੀਂ ਹੋਣਾ। ਸੰਤ ਮਹਾਤਮਾ ਜੀ ਇੱਕ ਛੋਟੀ ਜਿਹੀ ਸਾਖੀ ਸਾਨੂੰ ਸਰਵਣ ਕਰਾਉਂਦੇ ਹਨ ਕਿ ਇੱਕ ਵਾਰੀ ਇੱਕ ਸੇਠ ਸਾਰੀ ਉਮਰ, ਸਾਰੀ ਜ਼ਿੰਦਗੀ ਮਾਇਆ ਦੇ ਕੰਮਾਂ ਵਿੱਚ ਪਰਚਿਆ ਰਿਹਾ। ਜਦੋਂ ਉਹਦਾ ਅੰਤ ਸਮਾਂ ਆਇਆ, ਉਹ ਕਦੇ-ਕਦੇ ਸਤਸੰਗ ਵਿੱਚ ਜਾਇਆ ਕਰਦਾ ਸੀ। ਉਸਨੇ ਇਹ ਸਾਖੀ ਸੁਣੀ ਅਜਾਮਲ ਦੀ ਕਿ ਉਹਦੇ ਪੁੱਤਰ ਦਾ ਨਾਂ ਨਰਾਇਣ ਸੀ, ਜੋ ਕਿ ਮਹਾਤਮਾ ਨੇ ਰੱਖਿਆ ਸੀ, ਸੰਤਾਂ ਨੇ ਰੱਖਿਆ ਸੀ ਨਾਂ। ਕਿਉਂਕਿ ਸੰਤ ਮਹਾਤਮਾ ਬਹੁਤ ਦੂਰਦਰਸ਼ੀ ਹੁੰਦੇ ਨੇ, ਹਮੇਸ਼ਾ ਭਲਾ ਹੀ ਲੋਚਦੇ ਨੇ। ਤੇ ਇੱਕ ਵਾਰੀ ਨਰਾਇਣ ਕਹਿ ਕੇ ਉਹਦੀ ਗਤੀ ਹੋ ਗਈ, ਤੇ ਉਹ ਵੱਡਾ ਪਾਪੀ ਸੀ। ਮੈਂ ਤੇ ਏਡਾ ਪਾਪੀ ਵੀ ਨਹੀਂ ਹਾਂ, ਮੈਂ ਆਪਣੇ ਪੁੱਤਰਾਂ ਦਾ ਨਾਮ ਰੱਬ ਦੇ ਨਾਂ ਤੇ ਰੱਖਣਾ।
ਪਹਿਲੇ ਦਾ ਨਾਮ ਰਾਮ ਰੱਖ ਲਿਆ, ਦੂਜੇ ਦਾ ਕ੍ਰਿਸ਼ਨ ਰੱਖ ਲਿਆ, ਤੀਸਰੇ ਦਾ ਨਾਰਾਇਣ ਰੱਖ ਲਿਆ ਤੇ ਚੌਥੇ ਦਾ ਗੋਬਿੰਦ ਰੱਖ ਲਿਆ। ਬਈ ਚੌਹਾਂ ਚੋਂ ਕੋਈ ਤਾਂ ਮੇਰੇ ਸਾਹਮਣੇ ਆਊਗਾ ਹੀ ਤੇ ਮੈਂ ਆਵਾਜ਼ ਦਊਂਗਾ ਜੇ ਅਜਾਮਲ ਦਾ ਆਧਾਰ ਹੋ ਸਕਦਾ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਅਜਾਮਲ ਕੋ ਅੰਤ ਕਾਲ ਮਹਿ ਨਾਰਾਇਣ ਸੁਧ ਆਈ, ਜਾਗਤ ਕੋ ਜੋਗੀ ਸਰਬਾਸ਼ਤ ਸੋਗਤ ਛਿਨ ਮਹਿ ਪਾਈ। ਤਾਂ ਮੇਰਾ ਆਧਾਰ, ਮੇਰੀ ਗਤੀ ਕਿਉਂ ਨਾ ਹੋਏਗੀ। ਇਸ ਆਸ ਨਾਲ ਬੱਚਿਆਂ ਦਾ ਨਾਮ ਪ੍ਰਭੂ ਦੇ, ਪਰਮੇਸ਼ਰ ਦੇ ਨਾਮ ਤੇ ਰੱਖ ਲੈ। ਹੁਣ ਕੀ ਹੋਇਆ, ਜਦੋਂ ਅੰਤ ਦਾ ਸਮਾਂ ਆਇਆ ਤੇ ਕਾਰੋਬਾਰ ਬਹੁਤ ਫੈਲਿਆ ਹੋਇਆ ਸੀ, ਦੱਸੀ ਜਾਂਦਾ ਸਾਰਿਆਂ ਨੂੰ ਵੀ ਫਲਾਣੇ ਥਾਂ ਤੇ ਇੰਨੇ ਪੈਸੇ ਲੈਣੇ ਆ, ਉਹਦੇ ਇੰਨੇ ਨਹੀਂ ਦੇਣੇ, ਉਹਨੇ ਐਵੇਂ ਮੇਰੇ ਨਾਲ ਝਗੜਾ ਪਾਇਆ ਹੋਇਆ, ਫਲਾਣੇ ਥਾਂ ਤੇ ਕਾਗਜ਼ ਪਏ ਨੇ, ਉਹ ਦੇਖੋ ਰੱਖੋ ਤੁਸੀਂ ਸਾਂਭ ਕੇ। ਤੇ ਬਰਾਦਰੀ ਨੇ ਦੇਖਿਆ ਕਿ ਇਹਦੀ ਨਬਜ਼ ਖੜਦੀ ਜਾਂਦੀ ਆ, ਭਾਵ ਕਿ ਸਾਹ ਆਖਰੀ ਪੜਾਅ ਤੇ ਹਨ, ਬੋਲ ਖਤਮ ਹੁੰਦਾ ਜਾਂਦਾ, ਬਈ ਇਹ ਤਾਂ ਹੋਰ ਖਿਆਲਾਂ 'ਚ ਹੋ ਗਿਆ। ਜੇ ਇਹਦੀ ਸੁਰਤੀ ਮਾਇਆ ਵਿੱਚ ਰਹਿ ਗਈ ਤਾਂ ਬੜਾ ਮੁਸ਼ਕਿਲ ਹੋ ਜਾਣਾ। ਘਰ ਦੇ ਵਿੱਚ ਇਹਨੇ ਸੱਪ ਬਣ ਕੇ ਰਹੂ, ਸੱਪ ਬਣ ਕੇ ਪੈਦਾ ਹੋ ਜਾਣਾ। ਗੁਰਬਾਣੀ ਦਾ ਫਰਮਾਨ ਹੈ ਜੀ, ਅੰਤ ਕਾਲ ਜੋ ਲక్ష్ਮੀ ਸਿਮਰੇ, ਐਸੀ ਚਿੰਤਾ ਮਹਿ ਜੋ ਮਰੈ, ਸਰਪ ਜੋਨ ਵਲ ਵਲ ਉਤਰੇ। ਜੇ ਇਹਦੀ ਪ੍ਰਾਪਰਟੀ ਜਾਇਦਾਦ ਵਿੱਚ ਸੁਰਤੀ ਰਹਿ ਗਈ, ਮਕਾਨਾਂ ਵਿੱਚ ਰਹਿ ਗਈ, ਕਾਰੋਬਾਰ 'ਚ ਰਹਿ ਗਈ, ਫਿਰ ਇਹਨੇ ਪ੍ਰੇਤ ਬਣ ਜਾਣਾ, ਭੂਤ ਬਣ ਜਾਣਾ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵਲ ਵਲ ਉਤਰੇ। ਇਹਦਾ ਧਿਆਨ ਇਧਰੋਂ ਹਟਾਈਏ ਤੇ ਹੁਣ ਸਾਰਿਆਂ ਉਹਦੇ ਚਾਰਾਂ ਮੁੰਡਿਆਂ ਬੁਲਾ ਲਿਆ, ਬੁਲਾ ਕੇ ਖੜੇ ਕਰ ਦਿੱਤਾ ਪੈਰਾਂ ਵੱਲ। ਤਾਂ ਕਹਿੰਦੇ, ਸੇਠ ਜੀ ਤੁਸੀਂ ਪਛਾਣਦੇ ਹੋ? ਤਾਂ ਕਹਿੰਦਾ, ਹਾਂ ਆਹੋ। ਤਾਂ ਪੁੱਛਿਆ, ਆਹ ਕੌਣ ਖੜੇ ਨੇ? ਜਦੋਂ ਇਉਂ ਕਰਕੇ ਦੇਖਿਆ, ਚੰਗੀ ਤਰ੍ਹਾਂ ਦੇਖ ਕੇ ਕਹਿੰਦਾ, ਉਹ ਤੁਸੀਂ ਚਾਰੇ ਦੁਕਾਨ ਬੰਦ ਕਰਕੇ ਆ ਗਏ। ਨਾਮ ਨਹੀਂ ਲਿਆ ਬਈ ਕੌਣ ਕੌਣ ਖੜਾ, ਨਾ ਬਸ ਦੁਕਾਨ ਦਾ ਧਿਆਨ ਹੈ। ਤਾਂ ਇਹਨਾਂ ਕਹਿ ਕੇ ਸਵਾਸ ਖਤਮ ਹੋ ਗਏ। ਮਹਾਰਾਜ ਜੀ ਕਹਿੰਦੇ, ਹੁਣ ਤੂੰ ਦੱਸ, ਤੂੰ ਕਹਿ ਲਵੇਂਗਾ ਪਰਮੇਸ਼ਰ ਦਾ ਨਾਮ ਅਖੀਰ ਵੇਲੇ? ਨਾ ਸਾਧ ਸੰਗਤ ਜੀ, ਜਿਹੜਾ ਆਦਮੀ ਸਾਰੀ ਜ਼ਿੰਦਗੀ ਜਿਹੜਾ ਕੰਮ ਕਰੇਗਾ, ਇਹ ਅਸੂਲ ਹੈ ਕੁਦਰਤ ਦਾ। ਭਾਵੇਂ ਤੁਸੀਂ ਸਾਰੀ ਉਮਰ ਰਕਮਾਂ ਜਮ੍ਹਾਂ ਕਰੀ ਜਾਓ, ਘਟਾਈ ਜਾਓ, ਤਕਸੀਮਾਂ ਕਰੀ ਜਾਓ, ਗੁਣਾ ਕਰੀ ਜਾਓ, ਅਖੀਰ ਦੇ ਉੱਤੇ ਇੱਕ ਸਟੋਕ ਮਾਰੋ, ਉਂਗਲੀ ਰੱਖ ਦਿਓ ਜਿੱਥੋਂ ਦੋ ਲਾਈਨਾਂ ਦੇ ਬਰਾਬਰ ਦੀਆਂ ਇਕੁਅਲ ਟੂ, ਉਹ ਸਾਰਾ ਰਿਜ਼ਲਟ ਉਹਨੇ ਸਮਝ ਕੇ ਕੈਲਕੂਲੇਟਰ ਨੇ ਕੱਢ ਕੇ ਤੁਹਾਡੇ ਸਾਹਮਣੇ ਰੱਖ ਦੇਣਾ ਬਈ ਇੰਨਾ ਬਕਾਇਆ ਹੈ ਤੇਰੇ ਕੋਲ। ਇਸੇ ਤਰ੍ਹਾਂ ਦੇ ਨਾਲ ਆਦਮੀ ਜਦੋਂ ਜ਼ਿੰਦਗੀ ਬਤੀਤ ਕਰਦਾ ਹੈ, ਇਹਦੇ ਸਾਰੀ ਜ਼ਿੰਦਗੀ ਦੇ ਅੰਦਰ ਚੰਗੇ ਖਿਆਲ ਵੀ ਆਉਂਦੇ ਨੇ, ਮੰਦੇ ਵੀ ਆਉਂਦੇ ਨੇ, ਲੜਾਈਆਂ ਪੜਾਈਆਂ ਤੇ ਦੇ ਵੀ ਆਉਂਦੇ ਨੇ, ਹੋਰ ਵੀ ਕਈ ਵਿਘਨਾਂ ਵਾਲੇ ਆਉਂਦੇ ਨੇ, ਗਰਾਉਣ ਵਾਲੇ ਵੀ ਆਉਂਦੇ ਨੇ। ਉਹਨਾਂ ਖਿਆਲਾਂ ਚੋਂ ਜਿਹੜਾ ਸਭ ਤੋਂ ਪ੍ਰਬਲ ਖਿਆਲ ਹੋਏਗਾ, ਜਦੋਂ ਆਖਰੀ ਸਟੋਕ ਮੌਤ ਦਾ ਲੱਗਣਾ, ਉਸ ਵੇਲੇ ਉਸ ਖਿਆਲ ਨੇ ਨਿਖਰ ਕੇ ਸਾਹਮਣੇ ਇੱਕਦਮ ਆ ਜਾਣਾ। ਉਹ ਆਉਂਦੇ ਸਾਰ ਗਤੀ ਉਹਦੇ ਮੁਤਾਬਕ ਹੋ ਜਾਏਗੀ, ਜਿਹੋ ਜਿਹਾ ਖਿਆਲ ਸਾਹਮਣੇ ਆਏਗਾ। ਜ਼ੋਰ ਨਹੀਂ ਹੁੰਦਾ, ਨਾ ਕੋਈ ਜ਼ੋਰ ਕਿਸੇ ਦਾ ਜ਼ੋਰ ਚੱਲਦਾ ਉਸ ਵੇਲੇ ਕਿ ਬਈ ਮੈਂ ਵਾਹਿਗੁਰੂ ਕਹਿ ਦੇਵਾਂ, ਕਹਿ ਹੀ ਨਹੀਂ ਸਕਦਾ, ਕਿਉਂਕਿ ਉਸ ਵੇਲੇ ਬਹੁਤ ਔਖਾ ਹੁੰਦਾ। 5-7 ਸੈਕਿੰਡ ਹੀ ਹੁੰਦੇ ਨੇ। ਅਬ ਨਾ ਭਜਸ
कब पाई अब ना भजस भजस कब पाई आवे अंत ना भजिया जाए। महाराज जी कह रहे ने भाई तू फिर नहीं कह सकदा, सो अवसर चुका हथ ना आवे। हुणे ही तुहाडे कोल समा है, हुणे ही इस नूं संभाल लिया जावे। ਇਹਦਾ ਕੋਈ ਵੀ ਛਿੰਨ ਕੋਈ ਵੀ ਫਲ ਬਿਰਥਾ ਨਾ ਜਾਣ ਦਿੱਤਾ ਜਾਵੇ। ਹਮੇਸ਼ਾ ਪਰਮੇਸ਼ਰ ਦੇ ਧਿਆਨ 'ਚ ਰਹਿ ਕੇ ਜ਼ਿੰਦਗੀ ਬਤੀਤ ਕਰੀਏ ਜੀ। ਸੰਸਾਰ ਦੇ ਕੰਮਾਂ 'ਚ ਬਰਕਤ ਪੈਂਦੀ ਹੈ। ਜੋ ਪਰਮੇਸ਼ਰ ਵੱਲ ਧਿਆਨ ਦਿੰਦਾ ਉਹਦੇ ਵਿਘਨਾਂ ਦਾ ਨਾਸ਼ ਹੁੰਦਾ, ਰੁਝੇਵੇਂ ਘਟ ਜਾਂਦੇ ਨੇ, ਬਰਕਤ ਪੈ ਜਾਂਦੀ ਹੈ, ਕਿਸਮਤ ਵੱਧ ਜਾਂਦੀ ਹੈ। ਫਿਰ ਜਦ ਐਡਾ ਵੱਡਾ ਕਨਸੈਸ਼ਨ ਹੈ, ਫਿਰ ਇਹ ਕੀ ਕਰਦਾ? ਪਰਮੇਸ਼ਰ ਨੂੰ ਤਾਂ ਨਹੀਂ ਸਿਮਰਦਾ, ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਇੰਜੋਏ ਕਰਦਾ, ਮਾਇਆ 'ਚ ਖੁੱਭ ਜਾਂਦਾ, ਉਧਰਲੇ ਪਾਸੇ ਨਹੀਂ ਧਿਆਨ ਕਰਦਾ। ਜਿਹੜਾ ਦਾਤਾ ਬਖਸ਼ ਰਿਹਾ, ਜਿਹੜਾ ਸਾਰਾ ਕੁਝ ਦੇ ਰਿਹਾ ਹੈ। 10 ਵਸਤੂ ਲੈ ਪਾਸ਼ੈ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ। 10 ਵਸਤੂ ਲੈ ਪਾਸ਼ੈ ਪਾਵੇ, एक वस्त कारण बेखोट गवावे। एक भी ना दे 10 भी घेर ले, तो मूड़ा कहो कहाँ करे। फिर ये की कर सकता? उधर ध्यान नहीं दिंदा, परमेश्वर वाल नहीं ध्यान दिंदा, भुल जांदा। मन मुखा ने विसार दिता दाता, दात नू प्यारी जान के। मन मुखा ने विसार दिता दाता, दात नू प्यारी जान के। गुरु प्यारी साध संगत जी, हमेशा ही उस मालिक नूं याद रखो, ਉਹਦੇ ਭਾਣੇ 'ਚ ਰਹੋ ਜੀ। हमेशा सिमरते रहो, निष्काम सेवा करते रहो, हमेशा भला करते रहो जी। पता नहीं किहड़ा सवास आखरी होना, जेकर उस मालिक की याद होवेगी तां सदामई सुख आनंद की प्राप्ति हो जाएगी। संत महात्मा गुरबाणी सानू हमेशा चंगे पासे वाल नूं प्रेरदी है। हमेशा संतां दी संगत, सत संगत सरवण करते रहा करो जी। सतसंग सुनन तो बाद जेकर असीं 10-15 मिनट भी इहदी याद विच रहे, भाव के सतसंगत याद विच रख के बुझांगे तां पूरा हफ्ता उहदे नाम दा नशा रहिंदा है अंदर। सो गुरु सो जरूर सरवण करके हिरदे च बसाओ, विचार करो अंदर। इस तरह नहीं करना कि दात प्यारी विसरिया दातारा, फिर भुल गया सब कुछ लैके संसारी चीज़ां ना ही मोह पाउणा। हमेशा आप जी इस चैनल की सपोर्ट करते रहो जी। गुरु प्यारी साध संगत जी, इन्नी की सेवा प्रवान करना जी। मालिक आप जी दी सारियां संगतां दी हाजरी दर प्रवान करे, सारियां संगतां उपर अपना मेहर भरे हथ बनाई रखे। जो आप जी ने अपना बहुत ही कीमती समा कढ़ के सतसंग विचार सरवण कीती है, गुरबाणी पढ़दे विचारा करदे अनेकां प्रकार ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। आप जी अनजान बच्चा समझ के माफ कर देना जी। मालिक आप सब नूं सदा खुश रखे जी, सदा सुखी रखे जी, सदा राजी रहो जी। मालिक सब दा भला करे जी। जय गुरुदेव, धन गुरुदेव जी।